ऐसा कीर्तन कर मन मेरे इहाँ उहाँ जो काम तेरे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦੇ ਵਿੱਚ ਮੈਂ ਨਿਮੀ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਸਭ ਜੀ ਦੇ ਸਾਹਮਣੇ। ਦਰਸ਼ਕੋ, ਤੁਸੀਂ ਤੇ ਜਾਣਦੇ ਹੀ ਹੋ ਸਾਡੇ ਸੈਮੀਫਾਈਨਲ ਰਾਊਂਡਸ ਚੱਲਦੇ ਪਏ ਨੇ। ਸੈਮੀਫਾਈਨਲ ਰਾਊਂਡਸ ਦੇ ਵਿੱਚ ਸਾਡੇ ਬਿਹਤਰੀਨ ਵਿੱਚੋਂ ਬਿਹਤਰੀਨ ਨੌਜਵਾਨ ਕੀਰਤਨੀਏ ਇੱਕ ਤੋਂ ਬਾਅਦ ਇੱਕ ਇੱਥੇ ਆ ਕੇ ਪਰਫਾਰਮ ਕਰਦੇ ਪਏ ਨੇ। ਇਹਨਾਂ ਪਰਫਾਰਮੈਂਸਿਸ ਦੇ ਬੇਸਿਸ 'ਤੇ ਅਸੀਂ ਇਹਨਾਂ ਨੂੰ ਲੈ ਕੇ ਜਾਵਾਂਗੇ ਫਾਈਨਲ ਰਾਊਂਡਸ ਦੀ ਤਰਫ। ਅੱਜ ਤੋਂ ਸ਼ੁਰੂ ਹੋਏਗਾ ਸੈਮੀਫਾਈਨਲਸ ਦਾ ਆਖਰੀ ਦੌਰ। ਜੀ ਹਾਂ, ਅੱਜ ਤੋਂ ਬਾਅਦ ਸਾਨੂੰ ਮਿਲ ਜਾਣਗੇ ਸਾਡੇ ਫਾਈਨਲਿਸਟ। ਅੱਜ ਮੁਕਾਬਲਾ ਹੋਏਗਾ ਫਿਰ ਇੱਕ ਵਾਰ ਸਾਡੀਆਂ ਭੈਣਾਂ ਵਿਚਕਾਰ। ਅੱਜ ਸਾਡੇ ਕੋਲ ਨੇ ਸਾਡੀਆਂ 6 ਕੰਟੈਸਟੈਂਟਸ। ਮੁਕਾਬਲਾ ਬਰਾਬਰੀ ਦਾ ਹੈ। ਜੀ ਹਾਂ, ਇੱਕ ਤੋਂ ਬਾਅਦ ਇੱਕ ਬਿਹਤਰੀਨ ਪਰਫਾਰਮੈਂਸਿਸ ਇੱਥੇ ਦਿੰਦੀਆਂ ਆ ਰਹੀਆਂ ਨੇ ਸਾਡੀਆਂ ਭੈਣਾਂ। ਅਤੇ ਅੱਜ ਦੇ ਮੁਕਾਬਲੇ ਦੀ ਸ਼ੁਰੂਆਤ ਕਰੀਏ ਉਸ ਤੋਂ ਪਹਿਲਾਂ ਆਓ ਮੁਲਾਕਾਤ ਕਰਦੇ ਹਾਂ ਸਾਡੇ ਮਾਨਯੋਗ ਜੱਜਿਸ ਦੇ ਨਾਲ। ਹਮੇਸ਼ਾ ਦੀ ਤਰ੍ਹਾਂ ਸਭ ਤੋਂ ਪਹਿਲਾਂ ਬੈਠੇ ਨੇ ਸਾਡੇ ਸਾਹਮਣੇ ਭਾਈ ਸਾਹਿਬ ਭਾਈ ਦਵਿੰਦਰ ਸਿੰਘ ਸੋਢੀ ਜੀ, ਅਤੇ ਉਹਨਾਂ ਦੇ ਨਾਲ ਮੈਂ ਸਵਾਗਤ ਕਰਨਾ ਚਾਹਾਂਗੀ। ਬੈਠੇ ਨੇ ਅੱਜ ਦੇ ਸਾਡੇ ਦੂਸਰੇ ਜੱਜ ਸਾਹਿਬਾਨ ਭਾਈ ਸੁਖਵੰਤ ਸਿੰਘ ਜੀ, ਪ੍ਰਿੰਸੀਪਲ ਜਵੱਦੀ ਟਕਸਾਲ ਲੁਧਿਆਣੇ ਦੀ ਤਰਫ ਤੋਂ ਇੱਥੇ ਆਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਅਤੇ ਇਹਨਾਂ ਦੇ ਬਿਲਕੁਲ ਨਾਲ ਬੈਠੇ ਨੇ ਪੰਥ ਦੇ ਗੁਰਮਤ ਦੇ ਮਹਾਨ ਵਿਆਖਿਆਕਾਰ, ਅਤੇ ਜਿੰਨੇ ਵੀ ਤੁਸੀਂ ਲਾਈਵ ਕੀਰਤਨ ਰਿਕਾਰਡਿੰਗ ਜਾਂ ਸਮਾਗਮ ਵੇਖਦੇ ਹੋ ਉਹਨਾਂ ਦੇ ਬੜੇ ਸਫਲਤਾ ਨਾਲ ਸੰਚਾਲਨ ਕਰਦੇ ਆ ਰਹੇ ਨੇ ਸਰਦਾਰ ਭਗਵਾਨ ਸਿੰਘ ਜੋਲ ਜੀ, ਉਹ ਵੀ ਸਾਡੇ ਨਾਲ ਨੇ। ਉਹਨਾਂ ਦਾ ਵੀ ਨਿੱਘਾ ਸਵਾਗਤ ਕਰਦੀ ਹਾਂ, ਅਤੇ ਤਿੰਨੋਂ ਮਾਨਯੋਗ ਜੱਜਿਸ ਦਾ ਨਿੱਘਾ ਸਵਾਗਤ ਕਰਦੀ ਹਾਂ ਇਸ ਪ੍ਰੋਗਰਾਮ ਦੇ ਵਿੱਚ। ਅਤੇ ਸਾਡੇ ਸਾਰੇ ਸਾਜ਼ਿੰਦੇ ਸਾਡੇ ਨਾਲ ਨੇ, ਉਹਨਾਂ ਦਾ ਵੀ ਸਵਾਗਤ ਹੈ ਇਸ ਪ੍ਰੋਗਰਾਮ ਦੇ ਵਿੱਚ। ਅਤੇ ਆਓ ਫਿਰ ਇਸ ਮੁਕਾਬਲੇ ਦੀ ਸ਼ੁਰੂਆਤ ਕਰਦੇ ਹਾਂ। ਅੱਜ 6 ਪਰਫਾਰਮੈਂਸਿਸ ਹੋਣਗੀਆਂ। ਜੀ ਹਾਂ, ਇੱਕ ਤੋਂ ਬਾਅਦ ਇੱਕ ਕਰਕੇ ਸਾਡੀਆਂ ਭੈਣਾਂ ਇੱਥੇ ਆ ਕੇ ਪਰਫਾਰਮ ਕਰਕੇ ਜਾਣਗੀਆਂ, ਅਤੇ ਜੋ ਵੀ ਇਹਨਾਂ ਦੀ ਪਰਫਾਰਮੈਂਸ ਰਹੇਗੀ ਉਹਦੀ ਪਰਖ ਸਾਡੇ ਮਾਨਯੋਗ ਜੱਜਿਸ ਕਰਨਗੇ, ਅਤੇ ਉਹਨਾਂ ਦੇ ਫੈਸਲੇ ਦੇ ਮੁਤਾਬਿਕ ਸਾਡੀਆਂ ਇਹਨਾਂ ਭੈਣਾਂ ਵਿੱਚੋਂ ਇੱਕ ਭੈਣ ਮੁਕਾਬਲੇ ਤੋਂ ਬਾਹਰ ਹੋ ਜਾਏਗੀ। ਉਹਨਾਂ ਨੂੰ ਸਾਨੂੰ ਅਲਵਿਦਾ ਕਹਿਣਾ ਪਵੇਗਾ ਔਰ ਰਿਜ਼ਲਟ ਸਾਨੂੰ ਪਤਾ ਚੱਲੇਗਾ ਰਿਜ਼ਲਟ ਐਪੀਸੋਡ ਦੇ ਵਿੱਚ। ਅਤੇ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰੀਏ, ਮੈਂ ਇੱਕ ਖਾਸ ਗੁਜ਼ਾਰਿਸ਼ ਕਰਨਾ ਚਾਹਾਂਗੀ ਸੋਢੀ ਸਾਹਿਬ ਕੋਲੋਂ ਕਿ ਅੱਜ ਦੇ ਇਸ ਐਪੀਸੋਡ ਦੀ ਸ਼ੁਰੂਆਤ ਨੂੰ ਯਾਦਗਾਰ ਬਣਾਈਏ ਤੁਹਾਡੇ ਇੱਕ ਸ਼ਬਦ ਦੇ ਨਾਲ। ਬਹੁਤ ਬਹੁਤ ਸ਼ੁਕਰੀਆ ਜੀ। ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਸਤਿਗੁਰ ਕਾਰਜ ਆਇਆ ਸਗਲਾ ਰਾਸ, ਕਾਰਜ ਆਇਆ ਸਗਲਾ ਰਾਸ। ਮਨ ਤਨ ਅੰਤਰ ਪ੍ਰਭੂ ਧਿਆਇਆ, ਗੁਰ ਪੂਰੇ ਡਰ ਸਗਲ ਚੁਕਾਇਆ। ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ। ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ। ਬਹੁਤ ਖੂਬ, ਬਹੁਤ ਬਹੁਤ ਸ਼ੁਕਰੀਆ ਸੋਢੀ ਸਾਹਿਬ। ਅਤੇ ਇਸ ਬਿਹਤਰੀਨ ਸ਼ੁਰੂਆਤ ਤੋਂ ਬਾਅਦ ਆਓ ਹੁਣ ਮੁਕਾਬਲੇ ਦੀ ਸ਼ੁਰੂਆਤ ਕਰਦੇ ਹਾਂ। ਅਤੇ ਸੋਢੀ ਸਾਹਿਬ ਆਪਣਾ ਸਥਾਨ ਗ੍ਰਹਿਣ ਕਰੋ ਪਲੀਜ਼। ਅਤੇ ਆਓ ਫਿਰ ਅੱਜ ਦੇ ਇਸ ਐਪੀਸੋਡ ਦੀ ਸ਼ੁਰੂਆਤ ਕਰਦੇ ਹਾਂ। ਅੱਜ ਦਾ ਐਪੀਸੋਡ ਹੈ ਆਖਰੀ
ਸੈਮੀਫਾਈਨਲ ਐਪੀਸੋਡ ਬੀਬੀਆਂ ਵਿਚਕਾਰ ਹੋਣ ਦੇ ਮੁਕਾਬਲੇ ਦਾ। ਇਸ ਤੋਂ ਬਾਅਦ ਮੁਕਾਬਲਾ ਹੋਏਗਾ ਸਿੰਘ ਵੀਰਾਂ ਵਿਚਕਾਰ ਤੇ ਇਸ ਮੁਕਾਬਲੇ ਦੀ ਸ਼ੁਰੂਆਤ ਕਰਨ ਲਈ ਸਾਡੇ ਵਿੱਚ ਆ ਰਹੀ ਹੈ ਹਰਬੀਰ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਹਰਬੀਰ ਕੌਰ ਜੀ। ਧੰਨਵਾਦ ਜੀ। ਤੁਸੀਂ ਬੜੀ ਸਫਲਤਾ ਦੇ ਨਾਲ ਇੱਕ ਤੋਂ ਬਾਅਦ ਇੱਕ ਦੌਰ ਪਾਰ ਕੀਤੇ ਨੇ ਸੈਮੀਫਾਈਨਲਸ ਦੇ, ਮੁਬਾਰਕਾਂ ਤੁਹਾਨੂੰ। ਧੰਨਵਾਦ। ਤੇ ਮੈਨੂੰ ਇਹ ਵੀ ਪਤਾ ਤੁਸੀਂ ਜਵੱਦੀ ਟਕਸਾਲ ਤੋਂ ਹੀ ਸਿੱਖਦੇ ਆ ਰਹੇ ਹੋ ਕੀਰਤਨ। ਹਾਂਜੀ, ਅੱਜ ਇਸ ਐਪੀਸੋਡ 'ਚ ਮੈਨੂੰ ਬਹੁਤ ਖੁਸ਼ੀ ਹੈ ਤੇ ਇੱਕ ਡਰ ਵੀ ਹੈ ਕਿ ਅੱਜ ਮੇਰੇ ਉਸਤਾਦ ਜੀ ਇੱਥੇ ਆਏ ਨੇ। ਇਹ ਗੱਲ ਬਹੁਤ ਔਖੀ ਕਿ ਲੱਗਦੀ ਕਿ ਆਪਣੇ ਟੀਚਰ ਸਾਹਮਣੇ, ਆਪਣੇ ਉਸਤਾਦ ਸਾਹਮਣੇ ਪਰਫਾਰਮ ਕਰਨਾ ਬਹੁਤ ਇੱਕ ਔਖੀ ਗੱਲ ਹੈ। ਹਾਂਜੀ। ਕਿਹੜੇ ਸ਼ਬਦ ਦੀ ਤਿਆਰੀ ਕੀਤੀ ਅੱਜ ਤੁਸੀਂ? ਮੈਂ ਸ਼ਬਦ ਰੀਤੀ ਗਾਇਨ ਕਰਨ ਜਾਵਾਂਗੀ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਬਹੁਤ ਖੂਬ ਜੀ, ਆਲ ਦ ਬੈਸਟ ਟੂ ਯੂ। निर्गुण राख लिया, राख लिया संतन का सदका, संतन का सदका। निर्गुण राख लिया, राख लिया संतन का सदका, संतन का सदका। सतगुर टाक लिया, टाक लिया मोहे पापी पड़दा, मोहे पापी पड़दा। निर्गुण राख लिया, राख लिया संतन का सदका, संतन का सदका। राख लिया, राख लिया संतन का सदका, संतन का सदका। सतगुर टाक लिया, टाक लिया मोहे पापी पड़दा, मोहे पापी पड़दा। निर्गुण राख लिया, राख लिया संतन का सदका, संतन का सदका, संतन का सदका। ਹਰਵੀਰ ਕੌਰ ਜੀ, ਤੁਸਾਂ ਬਹੁਤ ਆਨੰਦ
ਪੜਾਇਆ। ਸਤਿਗੁਰਾਂ ਦਾ ਸ਼ਬਦ ਤੁਸੀਂ ਬਹੁਤ ਪਿਆਰ ਵਿੱਚ ਸੁਣਾਵਿਆ, ਤੁਹਾਡਾ ਧੰਨਵਾਦ ਹੈ। ਸਵਾਲ ਹੈ ਤੁਹਾਡੇ ਲਈ ਵੀ ਭਾਰਤੀ ਸੰਗੀਤ ਤੇ ਗੁਰਮਤਿ ਸੰਗੀਤ ਵਿੱਚ ਕੀ ਅੰਤਰ ਹੈ? ਭਾਰਤੀ ਸੰਗੀਤ ਜਿਹੜਾ ਹਿੰਦੁਸਤਾਨੀ ਸੰਗੀਤ ਵੀ ਜਿਹਨੂੰ ਅਸੀਂ ਕਹਿ ਸਕਦੇ ਹਾਂ, ਭਾਰਤੀ ਸੰਗੀਤ ਦੀ ਖਾਸੀਅਤ ਜਾਂ ਉਸ 'ਚ ਪ੍ਰਧਾਨਤਾ ਅਸੀਂ ਕਹਿ ਸਕਦੇ, ਉਹ 'ਚ ਸਿਰਫ ਰਾਗ ਦੀ ਪ੍ਰਧਾਨਤਾ ਜ਼ਿਆਦਾ ਧਿਆਨ ਵਿੱਚ ਦਿੱਤੀ ਜਾਂਦੀ ਹੈ, ਜਿਸ 'ਚ ਸੁਰ ਸੰਗਤੀਆਂ, ਸੁਰ, ਲੈ, ਤਾਲ ਅਤੇ ਖਾਸ ਕਰ ਜਿਹਨੂੰ ਅਸੀਂ ਗਲੇ ਦੀ ਕਸਰਤ ਵੀ ਕਹਿ ਸਕਦੇ ਹਾਂ। ਹਿੰਦੁਸਤਾਨੀ ਸੰਗੀਤ 'ਚ ਇਹਨਾਂ ਗੱਲਾਂ 'ਤੇ ਜ਼ਿਆਦਾ ਧਿਆਨ ਦਿੱਤਾ ਜਾਂਦਾ, ਜਿਹਨੂੰ ਅਸੀਂ ਹਿੰਦੁਸਤਾਨੀ ਸੰਗੀਤ ਕਹਿੰਦੇ ਹਾਂ। ਅਤੇ ਗੁਰਮਤਿ ਸੰਗੀਤ ਹੈਗਾ ਭਾਵ ਗੁਰੂ ਦੀ ਮੱਤ ਅਨੁਸਾਰ ਜਿਹੜਾ ਕੀਰਤਨ ਅਸੀਂ ਕਰਦੇ ਹਾਂ। ਸਾਡੇ ਗੁਰੂ ਸਾਹਿਬਾਨਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪੂਰੀ ਬਾਣੀ ਨੂੰ ਰਾਗਾਂ ਦੇ ਅੰਡਰ ਅੰਕਿਤ ਕੀਤਾ ਹੋਇਆ ਹੈ। ਜਿਸ ਤਰ੍ਹਾਂ ਸਾਨੂੰ ਦੱਸਿਆ ਗਿਆ ਹੈ ਕਿ ਅਸੀਂ ਬਾਣੀ ਨੂੰ ਰਾਗਾਂ ਦੇ ਆਧਾਰਿਤ ਰਾਗ ਨੂੰ ਮੁੱਖ ਰੱਖ ਕੇ, ਬਟ ਉਹ 'ਚ ਸ਼ਬਦ ਦੀ ਪ੍ਰਧਾਨਤਾ ਜ਼ਿਆਦਾ ਸੀਗੀ, ਜਿਸ ਨਾਲ ਸਾਡੇ ਵਿੱਚ ਇੱਕ ਸਥਿਰਤਾ ਹੁੰਦੀ ਹੈ ਸਾਡੇ ਠਹਿਰਾਵ ਲਿਆਉਣ ਵਾਸਤੇ, ਅਤੇ ਸਾਨੂੰ ਮੇਨ ਪਰਮਾਰਥ ਨਾਲ ਜੋੜਨ ਦਾ ਦੱਸਿਆ ਗਿਆ। ਉਸ ਨੂੰ ਗੁਰਮਤਿ ਸੰਗੀਤ ਕਹਿੰਦੇ ਨੇ। ਗੁਰਮਤਿ ਸੰਗੀਤ ਵਿੱਚ ਤੁਸੀਂ ਠੀਕ ਦੱਸਿਆ, ਸ਼ਬਦ ਦੀ ਪ੍ਰਧਾਨਤਾ ਹੁੰਦੀ ਹੈ, ਹਾਂਜੀ। ਤੇ ਭਾਰਤੀ ਸੰਗੀਤ ਵਿੱਚ ਤਾਨ, ਪਲਟੇ, ਸਰਗਮਾਂ ਉਹਨਾਂ ਨੂੰ ਪ੍ਰਧਾਨਤਾ ਹੁੰਦੀ ਹੈ। ਆਪਾਂ ਹੋਰ ਵੀ ਕਹਿ ਸਕਦੇ ਹਾਂ, ਜਿਹੜਾ ਭਾਰਤੀ ਸੰਗੀਤ ਦਾ ਗਵਈਆ ਹੈ ਉਹ ਲੋਕਾਂ ਨੂੰ ਖੁਸ਼ ਕਰਨ ਵਾਸਤੇ ਗਾਉਂਦਾ ਹੈ, ਪਰ ਜਿਹੜਾ ਗੁਰਮਤਿ ਸੰਗੀਤ ਦਾ ਕੀਰਤਨੀਆ ਹੈ ਉਹ ਗੁਰੂ ਨੂੰ ਖੁਸ਼ ਕਰਨ ਵਾਸਤੇ। ਆਪਾਂ ਦੇਖਿਆ ਹੈ ਭਾਰਤੀ ਸੰਗੀਤ ਦਾ ਗਵਈਆ ਜਦੋਂ ਲੋਕਾਂ ਵਿੱਚ ਵਿਚਰੇਗਾ ਉਹ ਲੋਕਾਂ ਨੂੰ ਨਮਸਕਾਰਾਂ ਸਤਿਕਾਰ ਕਰੇਗਾ, ਪਰ ਜਿਹੜਾ ਗੁਰਮਤਿ ਸੰਗੀਤ ਦਾ ਕੀਰਤਨ ਕਰਨ ਵਾਲਾ ਹੈ ਉਹ ਸਭ ਤੋਂ ਪਹਿਲਾਂ ਆਪਣੇ ਗੁਰੂ ਨੂੰ ਮੱਥਾ ਟੇਕੇਗਾ। ਬਹੁਤ ਸਾਰਾ ਅੰਤਰ ਹੈ। ਤੁਸੀਂ ਬਹੁਤ ਸੋਹਣਾ ਜਵਾਬ ਦਿੱਤਾ। ਖੁਸ਼ੀ ਦੀ ਗੱਲ ਹੈ ਪ੍ਰਿੰਸੀਪਲ ਸੁਖਵੰਤ ਸਿੰਘ ਜੀ ਸਾਡੇ ਵਿੱਚ ਬੈਠੇ ਨੇ, ਸੁਰਤਾਲ ਬਾਰੇ ਤੁਹਾਨੂੰ ਉਹ ਦੱਸਣਗੇ। ਬੀਬੀ ਹਰਬੀਰ ਕੌਰ ਜੀ, ਤੁਸੀਂ ਬੜੇ ਪਿਆਰ ਨਾਲ ਸ਼ਬਦ ਰੀਤ ਗਾਇਨ ਕੀਤੀ ਹੈ। ਥੋੜ੍ਹੀ ਜਿਹੀ ਜਦੋਂ ਤੁਸੀਂ ਸ਼ੁਰੂਆਤ ਕੀਤੀ, ਜਦੋਂ ਅਸੀਂ ਅਲਾਪ ਕਰਦੇ ਕਿਸੇ ਚੀਜ਼ ਦੀ, ਉਹਦੇ ਵਿੱਚ ਬੇਨਤੀ ਦਾ ਭਾਵ ਹੈ। ਹਾਂਜੀ, ਤੁਸੀਂ ਬਹੁਤ ਅੱਛਾ ਉਸ ਭਾਵ ਨੂੰ ਉਜਾਗਰ ਕੀਤਾ। ਥੋੜ੍ਹਾ ਜਿਹਾ ਹੋਰ ਠਹਿਰਾਓ ਜਦੋਂ ਅਸੀਂ ਬੇਨਤੀ ਕਰਦੇ ਹਾਂ ਕਿਸੇ ਵੀ ਸ਼ਬਦ ਨੂੰ ਗਾਇਨ ਕਰਨ ਤੋਂ ਪਹਿਲਾਂ, ਜਿੰਨਾ ਤੁਸੀਂ ਉਹਦੇ ਵਿੱਚ ਠਹਿਰਾਓ ਹੋਰ ਲਿਆਓਗੇ, ਉਹਦੇ ਵਿੱਚ ਇੱਕ ਬੇਨਤੀ ਦਾ ਭਾਵ ਲਿਆਓਗੇ, ਹੋਰ ਰਸ ਇਸ ਸ਼ਬਦ ਦਾ ਬਣ ਜਾਏਗਾ। ਨਾਲ ਥੋੜ੍ਹੀ ਜਿਹੀ ਜਿਸ ਤਰ੍ਹਾਂ ਅੰਤਰਾ ਤੁਸੀਂ ਗਾਇਨ ਕੀਤਾ, ਥੋੜ੍ਹਾ ਜਿਹਾ ਤੁਹਾਡਾ ਜ਼ੋਰ ਲੱਗ ਰਿਹਾ ਸੀ ਅੰਤਰੇ ਦੇ ਉੱਪਰ, ਤੁਸੀਂ ਇਹਨੂੰ ਹੋਰ ਖੁੱਲ੍ਹ ਕੇ, ਕਿਉਂਕਿ ਤਾਰ ਸਪਤਕ ਹੈ, ਜ਼ਿਆਦਾ ਵੀ ਨਹੀਂ। ਗੁਰਮਤਿ ਸੰਗੀਤ ਇੱਕ ਸਹਿਜ ਦਾ ਮਾਰਗ ਆ, ਪਰ ਜਿਹੜਾ ਇੱਕ ਸੰਗੀਤਕ ਪੱਖ ਤੋਂ ਥੋੜ੍ਹੇ ਜਿਹੇ ਉਹਦੇ ਵਿੱਚ ਸੁਰ ਹਲਕੇ ਜਿਹੇ ਘੱਟ ਰਹੇ ਸਨ। ਇਸ ਚੀਜ਼ ਦਾ ਆਪ ਜੀ ਨੇ ਜ਼ਰੂਰ ਅੱਗੇ ਤੋਂ ਧਿਆਨ ਰੱਖਣਾ। ਬਾਕੀ ਬਹੁਤ ਕਿਰਪਾ ਮਹਾਰਾਜ ਦੀ। ਜੌਲ ਸਾਹਿਬ ਜੀ ਗੁਰਬਾਣੀ ਦੀ ਸ਼ੁੱਧਤਾ ਵਾਸਤੇ ਆਪ ਜੀ ਨੂੰ ਦੱਸਣਗੇ। ਤੁਸਾਂ ਨੇ ਖਿਆਲ ਰੱਖਣਾ ਨੰਨੇ ਤੇ ਨਾਣੇ ਦਾ ਉਚਾਰਨ। ਜਦੋਂ ਵੀ ਨੰਨੇ ਤੇ ਨਾਣੇ ਦਾ ਉਚਾਰਨ ਆਏਗਾ ਨਾ, ਤੇ ਕਈ ਜਗ੍ਹਾ ਤੇ ਉੱਥੇ ਪ੍ਰਾਣ ਸ਼ਬਦ ਹੈ, ਤੇ ਕਿਤੇ ਆਪਾਂ ਪ੍ਰਾਣ ਨਾ ਕਹਿ ਜਾਈਏ, ਖਿਆਲ ਰੱਖਣਾ। ਫਿਰ ਨਿਰਗੁਣ ਸ਼ਬਦ ਹੈ, ਨਿਰਗੁਣ ਨਾ ਕਹਿ ਦਈਏ। ਨੰਨੇ ਤੇ ਨਾਣੇ ਦਾ ਉਚਾਰਨ ਵੀ ਵੇਖਣਾ, ਕਿਉਂਕਿ ਬੇਨਤੀ ਦੇ ਸ਼ਬਦਾਂ ਵਿੱਚ ਜ਼ਰੂਰੀ ਹੁੰਦਾ ਹੈ ਕਿ ਮਨੁੱਖ ਦੀ ਜਿਹੜੀ ਸਹਿਜਤਾ ਹੈ ਨਾ ਉਹ ਬਣੀ ਰਹੇ। ਜੇ ਸਹਿਜਤਾ ਬਣੀ ਹੋਈ ਹੈ ਤੇ ਫਿਰ ਕੀਰਤਨੀਆ ਸਫਲ ਹੈ। ਬਾਕੀ ਬਹੁਤ ਅੱਛਾ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ। ਇਸ ਸ਼ਬਦ ਦਾ ਅਸੀਂ ਆਨੰਦ ਮਾਣਿਆ, ਜਿਸ ਦਾ ਗਾਇਨ ਕਰਕੇ ਗਈ ਸਾਡੀ ਅੱਜ ਦੀ ਪਹਿਲੀ ਕੰਟੈਸਟੈਂਟ ਹਰਬੀਰ ਕੌਰ ਜੀ। ਬੜੀ ਬਿਹਤਰੀਨ ਸ਼ੁਰੂਆਤ ਹੋ ਗਈ ਹੈ, ਤੇ ਇਸ ਸ਼ੁਰੂਆਤ ਨੂੰ, ਇਸ ਸਿਲਸਿਲੇ ਨੂੰ ਅੱਗੇ ਤੋਰਨ ਲਈ ਆ ਰਹੀ ਹੈ ਸਾਡੀ ਇੱਕ ਹੋਰ ਬੜੀ ਹੀ ਟੈਲੈਂਟਡ ਕੰਟੈਸਟੈਂਟ ਪ੍ਰਭਜੋਤ ਕੌਰ ਜੀ, ਜੋ ਕਿ ਇੱਥੇ ਆਏ ਨੇ ਛੱਤੀਸਗੜ੍ਹ ਤੋਂ। ਮੈਂ ਬੁਲਾਉਣਾ ਚਾਹਾਂਗੀ ਪ੍ਰਭਜੋਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਜੀ ਤੁਹਾਡਾ। ਕਿਹੜੇ ਸ਼ਬਦ ਦੀ ਤਿਆਰੀ ਕੀਤੀ ਤੁਸੀਂ ਇਸ ਵਾਰੀ? ਹਾਂਜੀ, ਮੈਂ ਅੱਜ ਚੌਥੀ ਪਾਤਸ਼ਾਹੀ ਜੀ ਦਾ ਸ਼ਬਦ, ਮੈਂ ਪ੍ਰਭ ਮਿਲਨ ਪ੍ਰੇਮ ਮਨਾਸਾ। ਮੈਂ ਪ੍ਰਭ ਮਿਲਨ ਪ੍ਰੇਮ ਮਨਾਸਾ। ਬਹੁਤ ਚੰਗੇ ਸ਼ਬਦ ਨੇ ਜੀ। ਆਲ ਦ ਬੈਸਟ ਟੂ ਯੂ। ਥੈਂਕ ਯੂ ਮੈਮ। Ah
प्रभ मिलन प्रेम मन आसा, मैं प्रभ मिलन प्रेम मन आसा, गुरपुरा मिलावे मेरा प्रीतम, गुरपुरा मिलावे मेरा प्रीतम, हो वार वार अपने गुरु को जैसा, हो वार वार अपने गुरु को जैसा, मैं प्रभ मिलन प्रेम मन आसा, मैं प्रभ मिलन प्रेम मन आसा। सीज एक एको प्रभ ठाकुर, गुरमुख हर रावे सुख सागर, सीज एक एको प्रभ ठाकुर, गुरमुख हर रावे सुख सागर, मैं अवगण पर पूर शरीरे, मैं अवगण पर पूर शरीरे, हो क्यों कर मिला अपने प्रीतम पूरे, हो क्यों कर मिला अपने प्रीतम पूरे, मैं प्रभ मिलन प्रेम मन आसा, मैं प्रभ मिलन प्रेम मन आसा, गुरपुरा मिलावे मेरा प्रीतम, गुरपुरा मिलावे मेरा प्रीतम, हो वार वार अपने गुरु को जैसा, हो वार वार अपने गुरु को जैसा, मैं प्रभ मिलन प्रेम मन आसा, मैं प्रभ मिलन, मैं प्रभ मिलन, मैं प्रभ मिलन प्रेम मन आसा। ਪ੍ਰਭਜੋਤ ਕੌਰ ਜੀ, ਪ੍ਰਭੂ ਨੂੰ ਮਿਲਣ ਦੀ ਪਿਆਸ, ਦਰਸ਼ਨ ਪਿਆਸ ਦਾ ਸ਼ਬਦ ਤੁਸੀਂ ਬਹੁਤ ਹੀ ਪਿਆਰ ਵਿੱਚ ਗਾਇਆ। ਬਹੁਤ ਸੋਹਣਾ ਸਮਾਂ ਬੰਨਿਆ। ਸਵਾਲ ਤੁਹਾਡੇ ਵਾਸਤੇ ਇਹ ਹੈ, ਰਾਗਮਾਲਾ ਵਿੱਚ ਕਿੰਨੇ ਰਾਗਾਂ ਦਾ ਸਿਰਲੇਖ ਆਉਂਦਾ ਹੈ? 84 ਰਾਗਾਂ ਦਾ। ਠੀਕ ਹੈ ਜੀ। ਮੈਂ ਸੁਖਵੰਤ ਸਿੰਘ ਹੋਰਾਂ ਨੂੰ ਪੁੱਛਾਂਗਾ ਵੀ ਰਾਗ ਤਾਲ ਬਾਰੇ ਤੁਸੀਂ ਕਿਸ ਤਰ੍ਹਾਂ ਗਾਇਆ? ਪ੍ਰਭਜੋਤ ਕੌਰ ਜੀ, ਸਤਿਗੁਰਾਂ ਦੀ ਤੁਹਾਡੇ ਤੇ ਬਹੁਤ ਕਿਰਪਾ ਹੈ। ਆਵਾਜ਼ 'ਚ ਸਹਿਜ ਹੈ, ਮਿਠਾਸ ਹੈ। ਸੰਗੀਤ ਦੇ ਪੱਖ ਤੋਂ ਜਦੋਂ ਤੁਸੀਂ ਸ਼ਬਦ ਦਾ ਗਾਇਨ ਸ਼ੁਰੂ ਕੀਤਾ, ਉਹਦੇ ਵਿੱਚ
ਇੱਕ ਪ੍ਰਭ ਤੇ ਇੱਕ ਪ੍ਰੇਮ, ਦੋ ਇਹ ਜੋ ਬਾਣੀ ਦੇ ਅੱਖਰ ਨੇ, ਇਹਦੇ ਵਿੱਚ ਤੁਸੀਂ ਪੰਚ ਦੇ ਰਹੇ ਸੀ। ਜਿਹੜੇ ਇਸ ਤਰ੍ਹਾਂ ਦੇ ਅਕਸ਼ਰ ਨੇ, ਇਹਨੂੰ ਤੁਸੀਂ ਹੋਰ ਜੇ ਸੌਫਟ ਕਰੋਗੇ ਥੋੜ੍ਹਾ ਜਿਹਾ, ਇਹਦੇ ਵਿੱਚ ਹੋਰ ਮਿਠਾਸ ਆ ਜਾਏਗੀ। ਇਸੇ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਉੱਪਰ ਜਾ ਕੇ ਵਾਰ ਦਾ ਗਾਇਨ ਕੀਤਾ ਹੈ ਨਾ, ਹਾਂ ਵਾਰ ਵਾਰ ਸੈਕੰਡ ਟਾਈਮ, ਕੁਝ ਮੁਰਕੀਆਂ ਐਸੀਆਂ ਹੁੰਦੀਆਂ ਨੇ ਜਿਹੜੀ ਇੱਕ ਆਪਣੇ ਸਮੇਂ 'ਤੇ ਠੀਕ ਲੱਗਦੀਆਂ। ਹਰ ਵਾਰੀ ਤੁਸੀਂ ਉਹਨੂੰ ਰਿਪੀਟ ਨਹੀਂ ਕਰਨਾ, ਕਿਤੇ ਕਿਤੇ ਉਹਨੂੰ ਛੱਡ ਦੇਣਾ। ਜਿਸ ਤਰ੍ਹਾਂ ਤੁਸੀਂ ਉੱਪਰ ਜਾ ਕੇ ਬਿਲਕੁਲ ਛੱਡ ਰਹੇ ਸੀ, ਬਾਕੀ ਸਮੁੱਚਾ ਗਾਇਨ ਸਤਿਗੁਰਾਂ ਦੀ ਕਿਰਪਾ ਨਾਲ ਬਹੁਤ ਪ੍ਰਭਾਵਸ਼ਾਲੀ, ਮਿਠਾਸ ਭਰਿਆ। ਤੇ ਇਸੇ ਤਰ੍ਹਾਂ ਸਤਿਗੁਰੂ ਆਪ ਜੀ ਤੇ ਕਿਰਪਾ ਕਰਨ, ਗੁਰਮੁਖ ਸੰਗੀਤ ਨਾਲ ਤੁਸੀਂ ਜੁੜੇ ਰਹੋ। ਜੌਲ ਸਾਹਿਬ ਜੀ, ਤੁਸੀਂ ਜਿਵੇਂ ਹੁਣੇ ਪ੍ਰਿੰਸੀਪਲ ਸਾਹਿਬ ਕਹਿੰਦੇ ਪਏ ਸਨ, ਤੁਹਾਡਾ ਬੇਸ ਪੰਜਾਬ ਨਹੀਂ ਹੈ, ਹਿੰਦੀ ਬੇਸ 'ਚੋਂ ਆਏ ਹੋ ਤੁਸੀਂ, ਅਤੇ ਗੁਰਬਾਣੀ ਵਿੱਚ ਪੂਰੇ ਹਿੰਦੁਸਤਾਨ ਦੀਆਂ ਭਾਸ਼ਾਵਾਂ ਦਾ ਸੁਮੇਲ ਹੈ। ਜਦੋਂ ਤੁਸੀਂ ਸ਼ਬਦ ਕੋ ਕਹਿ ਰਹੇ ਹੋ ਤੇ ਅਸਲ ਸ਼ਬਦ ਹੈ ਕੌ। ਤੁਸੀਂ ਭਰਪੂਰ ਸ਼ਬਦ ਦਾ ਉਚਾਰਨ ਵੀ ਠੀਕ ਨਹੀਂ ਕਰ ਸਕੇ। ਇਹ ਜਿਹੜੇ ਕੁਝ ਸ਼ਬਦ ਨੇ ਨਾ, ਕਿਉਂਕਿ ਗੁਰਬਾਣੀ ਨੇ ਦੇ ਵਿੱਚ ਸ਼ੁੱਧਤਾ ਜਦੋਂ ਵੇਖਣੀ ਹੈ ਨਾ, ਕਿਉਂਕਿ ਤੁਸੀਂ ਮੁਕਾਬਲੇ ਵਿੱਚ ਆ ਰਹੇ ਹੋ, ਮੁਕਾਬਲੇ ਵਿੱਚ ਇਹਨਾਂ ਸਾਰੀਆਂ ਗੱਲਾਂ ਦਾ ਤੁਹਾਨੂੰ ਵੇਖਣਾ ਪਏਗਾ, ਬਾਕੀ ਸਭ ਠੀਕ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਭਜੋਤ ਕੌਰ ਜੀ ਦੀ ਇਸ ਬਿਹਤਰੀਨ ਪਰਫਾਰਮੈਂਸ ਤੋਂ ਬਾਅਦ ਵਾਰੀ ਆਂਦੀ ਹੈ ਸਾਡੀ ਅਗਲੀ ਕੰਟੈਸਟੈਂਟ ਦੀ। ਉਹਨਾਂ ਨੂੰ ਤੇ ਤੁਹਾਨੂੰ ਥੋੜਾ ਜਿਹਾ ਇੰਤਜ਼ਾਰ ਕਰਵਾਵਾਂਗੇ, ਕਿਉਂਕਿ ਸਮਾਂ ਹੋ ਗਿਆ ਇੱਕ ਨਿੱਕੇ ਜਿਹੇ ਬ੍ਰੇਕ ਦਾ। ਇਸ ਪ੍ਰੋਗਰਾਮ ਨੂੰ ਲੈ ਕੇ ਮੈਂ ਨਿਮਿਤ ਸਿੰਘ ਫਿਰ ਹਾਜ਼ਰ ਹੋਵਾਂਗੀ ਇਸ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਮੈਂ ਨਿਮਿਤ ਸਿੰਘ ਇੱਕ ਵਾਰ ਫਿਰ ਹਾਜ਼ਰ ਹਾਂ ਆਪ ਸਭ ਜੀ ਦੇ ਸਾਹਮਣੇ। ਤੁਸੀਂ ਵੇਖਦੇ ਪਏ ਹੋ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦੇ ਸੈਮੀਫਾਈਨਲ ਐਪੀਸੋਡਸ। ਅੱਜ ਮੁਕਾਬਲਾ ਹੁੰਦਾ ਪਿਆ ਬੀਬੀਆਂ ਵਿਚਕਾਰ। ਅੱਜ ਸਾਡੀਆਂ 6 ਕੰਟੈਸਟੈਂਟਸ ਇੱਥੇ ਪਰਫਾਰਮ ਕਰਦੀਆਂ ਪਈਆਂ ਨੇ। ਇਸ ਐਪੀਸੋਡ ਦੀ ਬਿਹਤਰੀਨ ਸ਼ੁਰੂਆਤ ਹੋ ਚੁੱਕੀ ਹੈ। ਸਭ ਤੋਂ ਪਹਿਲਾਂ ਇੱਥੇ ਆ ਕੇ ਸ਼ਬਦ ਗਾਇਨ ਕਰਕੇ ਗਏ ਹਰਬੀਰ ਕੌਰ ਜੀ, ਉਹਨਾਂ ਤੋਂ ਬਾਅਦ ਪ੍ਰਭਜੋਤ ਕੌਰ ਜੀ, ਤੇ ਹੁਣ ਵਾਰੀ ਆਂਦੀ ਹੈ ਸਾਡੀ ਅੱਜ ਦੀ ਤੀਸਰੀ ਕੰਟੈਸਟੈਂਟ ਕੁਲਜੀਤ ਕੌਰ ਜੀ ਦੀ, ਜੋ ਕਿ ਇੱਥੇ ਆਏ ਨੇ ਪਾਨੀਪਤ ਤੋਂ। ਇੱਕ ਵਾਰ ਫਿਰ ਤੋਂ ਬੁਲਾਉਣਾ ਚਾਹਾਂਗੇ ਕੁਲਜੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਲਜੀਤ ਕੌਰ ਜੀ, ਅੱਜ ਕਿਹੜੇ ਸ਼ਬਦ ਦਾ ਗਾਇਨ ਕਰੋਗੇ ਤੁਸੀਂ? ਅੱਜ ਮੈਂ ਪੰਜਵੀਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਸੁਣ ਸੁਣ ਜੀਵਾਂ ਤੇਰੀ ਬਾਣੀ ਦਾ ਉਚਾਰਨ। ਸੁਣ ਸੁਣ ਜੀਵਾਂ ਤੇਰੀ ਬਾਣੀ। ਬਹੁਤ ਖੂਬ, ਆਲ ਦ ਬੈਸਟ ਟੂ ਯੂ ਜੀ। ਥੈਂਕ ਯੂ ਜੀ। ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ, ਸੁਣ ਸੁਣ ਜੀਵਾ ਤੇਰੀ ਬਾਣੀ। ਮੇਰੇ ਸਾਹਿਬਾ, ਮੇਰੇ ਸਾਹਿਬਾ, ਮੇਰੇ
विसरे सो मर जाए। तुद चित आए महानंदा, जिस विसरे सो मर जाए। दयाल होवे जिस ऊपर करते, सो तुद सदा ते आए। सो तुद सदा ते आए। सो तुद सदा ते आए। अरदास करी प्रभ अपने आगे। अरदास करी प्रभ अपने आगे। सुन सुन जीवा तेरी बाणी। सुन सुन जीवा तेरी बाणी। ਕੁਲਜੀਤ ਕੌਰ ਜੀ, ਬੜੀ ਹੀ ਪਿਆਰੀ ਅਰਦਾਸ ਦਾ ਜ਼ਿਕਰ ਤੁਸੀਂ ਸ਼ਬਦ ਰਾਹੀਂ ਕੀਤਾ। ਸਤਿਗੁਰੂ ਜੀ, ਤੇਰੀ ਬਾਣੀ ਸੁਣ ਸੁਣ ਕੇ ਮੈਂ ਜੀਵਾਂ। ਬਹੁਤ ਧੰਨਵਾਦ। ਬਾਣੀ ਦੀ ਗੱਲ ਚੱਲੀ ਤੇ ਬਹੁਤ ਸਾਰੇ ਸ਼ਬਦ ਐਸੇ ਨੇ ਸਾਨੂੰ ਭੁਲੇਖਾ ਰਹਿੰਦਾ ਏ ਵੀ ਬਾਣੀ ਸਤਿਗੁਰਾਂ ਦੀ ਬਾਣੀ ਦੇ ਨੇ ਜੇ ਬਾਹਰੋਂ ਨੇ। ਇਹਦੇ ਵਿੱਚੋਂ ਹੀ ਤੁਹਾਡੇ ਲਈ ਸਵਾਲ ਹੈ। ਇੱਕ ਦੋਹਰਾ ਆਪਾਂ ਰੋਜ਼ ਪੜ੍ਹਦੇ ਹਾਂ ਗੁਰੂ ਘਰਾਂ ਵਿੱਚ, ਆਪਾਂ ਗਾਉਂਦੇ ਵੀ ਹਾਂ ਕੀਰਤਨੀਏ। ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਹ ਕਿਹਨਾਂ ਦਾ ਉਚਾਰਨ ਕੀਤਾ ਹੋਇਆ ਹੈ? ਇਹ ਦੋਹਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਹਜ਼ੂਰੀ ਸਿੱਖ ਭਾਈ ਪ੍ਰਹਿਲਾਦ ਸਿੰਘ ਜੀ ਦੇ ਹੁਕਮਨਾਮੇ ਵਿੱਚੋਂ ਲਿਆ ਗਿਆ ਹੈ। ਹਾਂਜੀ, ਠੀਕ ਹੈ ਤੁਹਾਡਾ ਸਵਾਲ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹਜ਼ੂਰੀ ਸਿੱਖ ਭਾਈ ਪ੍ਰਹਿਲਾਦ ਸਿੰਘ, ਉਹਨਾਂ ਦਾ ਰਹਿਤਨਾਮਾ ਹੈ, ਉਹਦੇ ਵਿੱਚ ਇਹ ਲਿਖਿਆ ਹੋਇਆ ਹੈ। ਪ੍ਰਿੰਸੀਪਲ ਸਾਹਿਬ ਜੀ, ਤੁਸੀਂ ਸੁਰਤਾਲ ਬਾਰੇ ਕੀ ਆਖੋਗੇ? ਬੜੇ ਹੀ ਪਿਆਰ ਨਾਲ ਤੁਸੀਂ ਸ਼ਬਦ ਸੁਣ ਸੁਣ ਜੀਵਾਂ ਤੇਰੀ ਬਾਣੀ ਸਰਵਣ ਕਰਾਇਆ। ਦੋ ਤਿੰਨ ਪੱਖ ਇਹਦੇ ਵਿੱਚ ਇਸ ਤਰ੍ਹਾਂ ਦੇ ਸੀ ਕਿ ਇੱਕ ਤੁਹਾਡੀ ਆਵਾਜ਼ 'ਚ ਉਹ ਸਾਰਾ ਕੁਝ ਹੈਗਾ ਹੈ ਜਿਹੜੇ ਅੱਛੇ ਕੀਰਤਨਕਾਰ ਲਈ, ਅੱਛੇ ਗੁਰਮਤਿ ਸੰਗੀਤ ਦੇ ਗਾਇਕ ਲਈ ਹੋਣੇ ਚਾਹੀਦੇ ਨੇ। ਥੋੜ੍ਹੇ ਜਿਹੇ ਸਵਰ ਦੀ ਪ੍ਰੋਬਲਮ ਹੈ। ਕਿਤੇ ਕਿਤੇ ਜਾ ਕੇ ਤੁਸੀਂ ਜਦੋਂ ਤਾਰ ਸਪਤਕ 'ਚ ਗਏ ਉੱਥੇ ਥੋੜ੍ਹੀ ਜਿਹੀ ਮੁਸ਼ਕਲ ਆਈ। ਉਸ ਤੋਂ ਬਾਅਦ ਜਦੋਂ ਤੁਸੀਂ ਅਖੀਰ 'ਤੇ ਆਏ ਵਾਪਸੀ 'ਤੇ, ਉੱਥੇ ਥੋੜ੍ਹੇ ਜਿਹੇ ਸਮ ਦੀ ਪ੍ਰੋਬਲਮ ਸੀ। ਹੈ ਸਮ ਵਿੱਚ ਸੀ। ਕੁਝ ਗੱਲ ਇਸ ਤਰ੍ਹਾਂ ਹੁੰਦੀ ਹੈ ਕਿ ਸਮ ਤਾਲ ਚੱਲ ਰਹੀ ਹੈ, ਤਾਲ ਦੇ ਵਿੱਚ ਇੱਕ ਵਿਸ਼ਾ ਲੈ ਦਾ ਹੁੰਦਾ, ਜ਼ਿਆਦਾ ਨਹੀਂ, ਬਿਲਕੁਲ ਥੋੜ੍ਹੀ ਜਿਹੀ। ਬਾਕੀ ਆਵਾਜ਼ 'ਚ ਮਿਠਾਸ ਹੈ, ਕਸ਼ਿਸ਼ ਹੈ, ਅਤੇ ਹੋਰ ਸਾਨੂੰ ਸਾਧਨਾ ਕਰਨੀ ਚਾਹੀਦੀ ਹੈ। ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਹੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਕੀਰਤਨ ਨਾਲ ਇਹ ਜੀਵਨ ਬਤੀਤ ਕਰੋ ਜੀ। ਜੋਲ ਸਾਹਿਬ ਜੀ। ਬੀਬਾ ਕੁਲਜੀਤ ਜੀ, ਪਹਿਲਾਂ ਨਾਲੋਂ ਤੁਸੀਂ ਬੜੇ ਸਫਲ ਰਹੇ ਹੋ ਅੱਜ ਕੀਰਤਨ ਵਿੱਚ, ਪਰ ਉਚਾਰਨ ਪੱਖ ਤੋਂ ਫਿਰ ਕੁਝ ਉਕਾਈਆਂ ਰਹਿ ਗਈਆਂ ਅੱਜ। ਪਰ ਥੋੜ੍ਹੀ ਉਕਾਈ ਤੁਸੀਂ ਇੱਕ ਤੇ ਆਪਣੇ, ਫਿਰ ਸ਼ਬਦ ਦਾ ਜਿਹੜਾ ਅੰਤਰਾ ਸੀ ਨਾ, ਉਹਦੇ ਵਿੱਚ ਮੇਰੇ ਸਾਹਿਬਾ ਨਹੀਂ ਗਾ, ਮੇਰੇ ਸਾਹਿਬ ਤੂੰ ਮੈਂ ਮਾਣ ਨਿਵਾਣੀ। ਤੁਸੀਂ ਸਾਹਿਬਾਂ ਵਾਰ-ਵਾਰ ਬੋਲ ਗਏ ਹੋ। ਮੇਰੇ ਸਾਹਿਬ ਤੂੰ ਮੈਂ ਮਾਣ ਨਿਵਾਣੀ, ਮੈਂ ਮਾਣ ਨਿਵਾਣੀ। ਇਹਦੇ ਵਿੱਚ ਵੀ ਨਾ ਜੀ ਤੂੰ ਮੈਂ, ਪਹਿਲੇ ਤੂੰ ਹੈ ਫਿਰ ਮੈਂ ਮਾਣ, ਤੇ ਤੇਰੇ ਕਰਕੇ ਮੈਨੂੰ ਮਾਣ ਮਿਲ ਰਿਹਾ। ਉਹਦਾ ਉਚਾਰਨ ਜਿਹੜਾ ਨਾ, ਉਚਾਰਨ ਦਾ ਪੱਖ ਤੋਂ ਤੁਸੀਂ ਉਕਾਈ ਕਰ ਗਏ ਹੋ। ਬਾਕੀ ਸਭ ਠੀਕ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਆਨੰਦ ਮਾਣਿਆ ਪੰਜਵੀਂ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਉਚਾਰੀ ਹੋਈ ਬਾਣੀ ਦਾ। ਸ਼ਬਦ ਗਾਇਨ ਕੀਤਾ ਸਾਡੀ ਅੱਜ ਦੀ ਕੰਟੈਸਟੈਂਟ ਕੁਲਜੀਤ ਕੌਰ ਜੀ ਨੇ, ਜੋ ਇੱਥੇ ਆਏ ਪਾਨੀਪਤ ਤੋਂ। ਇਹਨਾਂ ਤੋਂ ਬਾਅਦ ਵਾਰੀ ਆਉਂਦੀ ਹੈ ਸਾਡੀ ਇੱਕ ਹੋਰ ਬੜੀ ਪਿਆਰੀ ਜੀ ਭੈਣ ਦੀ, ਜਸਲੀਨ ਕੌਰ ਜੀ ਦੀ। ਤੇ ਉਹਨਾਂ ਨੂੰ ਹੋਰ ਇੰਤਜ਼ਾਰ ਨਹੀਂ ਕਰਵਾਉਂਦੇ, ਸੱਦਾ ਦਿੰਦੇ ਆ ਜਸਲੀਨ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸਵਾਗਤ ਹੈ ਜਸਲੀਨ ਜੀ। थैंक यू। ਪਿਛਲੀ ਵਾਰ ਦੇ ਰਿਜ਼ਲਟਸ ਯਾਦ ਨੇ? बिल्कुल। ਬਿਲਕੁਲ ਯਾਦ ਨੇ ਨਾ? हाँ जी। ਤਿਆਰੀ ਹੈ ਪੂਰੀ? हाँ जी। ਅੱਜ ਕਿਹੜੇ ਸ਼ਬਦ ਦਾ ਗਾਇਨ ਕਰੋਗੇ ਤੁਸੀਂ? ਮੈਂ ਸ਼੍ਰੀ ਗੁਰੂ ਅਰਜਨ ਦੇਵ ਜੀ ਦੁਆਰਾ ਰਚਿਤ ਉਹਨਾਂ ਦੀ ਰਚਨਾ ਦੇ ਵਿੱਚੋਂ ਕਲਿਆਣ ਰਾਗ ਦੇ ਵਿੱਚ ਹਮਾਰਾ ਇਹ ਕਿਰਪਾ ਕੀਜੈ, ਨਿਰਧਾਰਿਤ ਰਾਗ ਦੇ ਵਿੱਚ। ਨਿਰਧਾਰਿਤ ਰਾਗ ਵਿੱਚ। ਹਾਂਜੀ। ਆਲ ਦ ਬੈਸਟ ਟੂ ਯੂ ਜੀ। ਥੈਂਕ ਯੂ।
कृपा कीजय हल मकरंद चरण कमल स्यों हल मकरंद चरण कमल स्यों मन फेर फेर रीझै हमारे है कृपा कीजय आन जलास्यों काज न कछुए आन जलास्यों आन जलास्यों काज न कछुए हर बूंद चात्रिक को दीजै हमारे है कृपा कीजय हमारे है कृपा कीजय कृपा कीजय कृपा कीजय हमारे है 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 कृपा कीजय अल मकरंद चरण कमल स्यों अल मकरंद चरण कमल स्यों मन फेर फेर रीझै मन फेर फेर रीझै हमारे है कृपा कीजय कृपा कीजय हमारे हमारे है कृपा कीजय बिन मिलबे नाही संतोखा बिन मिलबे नाही संतोखा बिन मिलबे नाही संतोखा पेख दर्शन नानक जी जय 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 हमारे है कृपा कीजय हमारे है
कृपा कीजय हमारे यह कृपा कीजय। ਜਸਲੀਨ ਕੌਰ ਜੀ, ਕਲਿਆਣ ਰਾਗ ਦੇ ਵਿੱਚ ਤੁਸਾਂ ਸਤਿਗੁਰਾਂ ਦਾ ਸ਼ਬਦ ਬਹੁਤ ਹੀ ਰਸ ਬੰਨਿਆ। ਸਤਿਗੁਰਾਂ ਦੀ ਤੁਹਾਡੇ ਤੇ ਕਿਰਪਾ ਹੈ, ਰਾਗ ਵੀ ਅੱਛਾ ਗਾਉਂਦੇ ਹੋ ਤੇ ਰੀਤ ਨੂੰ ਵੀ ਅੱਛੇ ਢੰਗ ਨਾਲ ਤੁਸੀਂ ਨਿਭਾ ਲੈਂਦੇ ਹੋ। ਬਹੁਤ ਕਠਿਨ ਰੀਤ ਬੜੇ ਸੌਖੇ ਢੰਗ ਨਾਲ ਤੁਸਾਂ ਨਿਭਾਈ। ਕਿਹਨਾਂ ਦੀ ਇਹ ਧੁਨੀ ਬੰਦਿਸ਼ ਬਣਾਈ ਹੋਈ ਹੈ? ਅੱਜ ਸਾਡੇ ਵਿੱਚ ਮੌਜੂਦ ਨੇ ਜਵੱਦੀ ਟਕਸਾਲ ਤੋਂ ਪ੍ਰਿੰਸੀਪਲ ਸੁਖਵੰਤ ਸਿੰਘ ਜੀ, ਜਿਨ੍ਹਾਂ ਤੋਂ ਮੈਨੂੰ ਇਹ ਰੀਤ ਸਿੱਖਣ ਦਾ ਮੌਕਾ ਮਿਲਿਆ ਅਤੇ ਇਹ ਉਹਨਾਂ ਦੀ ਰੀਤ ਹੈ। ਡਰ ਵੀ ਲੱਗ ਰਿਹਾ ਸੀ ਕਿਉਂਕਿ ਜਿਨ੍ਹਾਂ ਨੇ ਬਣਾਈ ਹੈ ਉਹ ਇਸ ਦੀ ਬਾਰੀਕੀਆਂ ਤੋਂ ਪੂਰੀ ਤਰ੍ਹਾਂ ਜਾਣਕਾਰ ਨੇ ਅਤੇ ਮੈਨੂੰ ਪਤਾ ਜਿਹੜੀਆਂ ਖਾਮੀਆਂ ਨੇ ਉਹ ਤਾਂ ਸਾਹਮਣੇ ਹੀ ਨੇ, ਪਰ ਆਪਣੇ ਵੱਲੋਂ ਕੋਸ਼ਿਸ਼ ਕੀਤੀ। ਬਹੁਤ ਪਿਆਰੇ ਢੰਗ ਨਾਲ ਤੁਸੀਂ ਗਾਵੇ। ਇਹਨਾਂ ਦੀ ਪੰਥ ਨੂੰ ਬਹੁਤ ਦੇਣ ਹੈ। ਅਸੀਂ ਆਪਣੇ ਉਸਤਾਦ ਲੋਕਾਂ ਦੀਆਂ ਬੰਦਿਸ਼ਾਂ ਗਾ ਸਕਦੇ ਹਾਂ। ਤੁਸੀਂ ਕਿਰਪਾ ਕੀਤੀ। ਰਾਗ ਦੀ ਗੱਲ ਚੱਲੀ ਹੈ ਤੇ ਰਾਗ ਦਾ ਹੀ ਸਵਾਲ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਕਿਹੜੇ ਰਾਗ ਹਨ ਜਿਹੜੇ ਲੋਕ ਧੁਨਾਂ ਤੋਂ ਵਿਕਸਿਤ ਹੋਏ ਨੇ? ਗੁਰੂ ਗ੍ਰੰਥ ਸਾਹਿਬ ਜੀ ਵਿੱਚ 31 ਰਾਗ ਨੇ, ਜਿਨ੍ਹਾਂ ਵਿੱਚੋਂ ਕੁਝ ਰਾਗ ਇਲਾਕਾਈ ਲੋਕ ਧੁਨਾਂ ਤੋਂ ਮਤਲਬ ਵਿਕਸਿਤ ਹੋਏ ਨੇ, ਜਿਨ੍ਹਾਂ ਵਿੱਚੋਂ ਆਸਾ ਰਾਗ, ਵਡਹੰਸ ਰਾਗ, ਜਿਨ੍ਹਾਂ ਦੇ ਵਿੱਚ ਘੋੜੀਆਂ ਅਲਾਣੀਆਂ ਵੀ ਨਿਰਧਾਰਿਤ ਰਾਗਾਂ ਵਿੱਚ ਗਾਉਣ ਦਾ ਪ੍ਰਚਲਨ ਸੀ, ਅਤੇ ਉਸ ਤੋਂ ਇਲਾਵਾ ਸਾਰੰਗ, ਤਿਲੰਗ, ਤੁਖਾਰੀ ਆਦਿ ਇਹ ਰਾਗ ਨੇ। ਪ੍ਰਿੰਸੀਪਲ ਸਾਹਿਬ ਜੀ, ਤੁਸੀਂ ਕੁਝ ਆਖੋਗੇ? ਬੀਬੀ ਜਸਲੀਨ ਕੌਰ ਜੀ, ਚਾਪਤਾਲ ਦੀ ਤੁਸੀਂ ਕਠਿਨ ਬੰਦਿਸ਼ ਬੜੇ ਪਿਆਰ ਨਾਲ ਗਾਈ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਹਿ ਹੀ ਦਿੱਤਾ ਕਿ ਕੁਝ ਕੁ ਗੱਲਾਂ ਸਾਹਮਣੇ ਹੀ ਨੇ ਇਹਦੇ ਵਿੱਚ। ਜਿਸ ਤਰ੍ਹਾਂ ਕਿ ਮੈਂ ਆਮ ਕਿਹਾ ਕਰਦਾ ਕਿ ਜਿਹੜਾ ਅਲਾਪ ਹੁੰਦਾ, ਜਦੋਂ ਵੀ ਤੁਸੀਂ ਕਿਸੇ ਬੰਦਿਸ਼ ਨੂੰ ਗਾਉਂਦੇ ਹੋ, ਰਾਗ ਨੂੰ ਗਾਉਂਦੇ ਹੋ, ਠੀਕ ਹੈ ਕਿ ਜਦੋਂ ਸ਼ਾਸਤਰੀ ਸੰਗੀਤ ਦਾ ਗਾਇਨ ਹੁੰਦਾ ਹੈ ਉਹਨਾਂ ਕੋਲ ਕਾਫੀ ਸਮਾਂ ਹੁੰਦਾ ਹੈ, ਉਹ ਵਿਸਥਾਰਿਤ ਅਲਾਪ ਲੈਂਦੇ ਨੇ, ਇਕੱਲੇ ਇਕੱਲੇ ਮੱਧ ਤੋਂ ਮੰਦਰ ਤੋਂ ਫਿਰ ਤਾਰ ਵੱਲ ਜਾਂਦੇ ਨੇ, ਕਿਉਂਕਿ ਗੁਰਮਤਿ ਸੰਗੀਤ ਵਿੱਚ ਆਪਾਂ ਉਤਨਾ ਸਮਾਂ ਹੀ ਹਾਜ਼ਰੀ ਭਰਨੀ ਹੈ। ਇਸ ਕਰਕੇ ਇੱਕ ਸੁਰ ਸਮੂਹ ਜੋ ਸ਼ੁਰੂਆਤ ਵਿੱਚ ਜਿਹਨੂੰ ਅਸੀਂ ਮੰਗਲਾਚਰਨ ਵੀ ਕਹਿ ਦਿੰਦੇ ਹਾਂ, ਅਲਾਪ ਵੀ ਕਹਿ ਦਿੰਦੇ ਹਾਂ, ਅਲਾਪ ਰੂਪ ਵਿੱਚ ਮੰਗਲਾਚਰਨ ਵਿੱਚ ਕੋਈ ਸ਼ਬਦ ਆ ਜਾਂਦੇ ਨੇ, ਅਲਾਪ ਵਿੱਚ ਇਹਨੂੰ ਤੁਸੀਂ ਜਿੰਨਾ ਸਹਿਜ ਵਿੱਚ ਕਰ ਸਕੋ। ਜਿਸ ਤਰ੍ਹਾਂ ਗੰਧਾਰ ਨਿਸ਼ਾਦ ਦਾ ਇਹਦਾ ਸੰਵਾਦ ਹੈ, ਪੰਚਮ ਰਿਸ਼ਭ ਜਿਹੜਾ ਇਹਦੇ ਵਿੱਚ ਇਹ ਨਿਆਸ ਦੇ ਸਵਰ ਨੇ, ਮਤਲਬ ਜਿੰਨਾ ਤੁਸੀਂ ਇਹਨਾਂ ਸੁਰਾਂ 'ਤੇ ਸਟ੍ਰੈਸ ਦੇ ਕੇ ਜਿੰਨਾ ਤੁਸੀਂ ਸਹਿਜ ਨਾਲ ਅਲਾਪ ਨੂੰ ਕਰੋਗੇ ਉਹਨਾਂ ਇਹਦੇ ਵਿੱਚ ਹੋਰ ਰਸ ਆਏਗਾ। ਸੋ ਸਤਿਗੁਰਾਂ ਦੀ ਬੜੀ ਕਿਰਪਾ ਹੈ, ਚਾਪਤਾਲ ਤੇ 3 ਤਾਲ ਵਿੱਚ ਤੁਸੀਂ ਬੰਦਿਸ਼ ਸ਼ਰਵਣ ਕਰਾਈ। ਸਤਿਗੁਰੂ ਕਿਰਪਾ ਕਰਨ। ਇਸੇ ਤਰ੍ਹਾਂ ਗੁਰਮਤਿ ਸੰਗੀਤ ਦੇ ਤੁਸੀਂ ਪ੍ਰਬਲ ਪਹਿਰੇਦਾਰ ਬਣ ਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਗੁਰਮਤਿ ਸੰਗੀਤ ਦੀ ਸੇਵਾ ਕਰੋ ਜੀ। ਜੋਤ ਸਾਹਿਬ ਜੀ, ਤੁਸੀਂ ਆਪਣਾ ਸੰਗੀਤਕ ਪੱਖ ਸੁਣ ਲਿਆ, ਸਵਾਲ ਦਾ ਜਵਾਬ ਵੀ ਬਹੁਤ ਵਧੀਆ ਦਿੱਤਾ, ਪਰ ਹੁਣ ਜਿਹੜੀ ਗੱਲ ਅਗਲੀ ਹੈ ਨਾ, ਸੰਗੀਤ ਦੇ ਨਾਲ ਨਾਲ ਇੱਕ ਵਿਆਕਰਨਕ ਪੱਖ ਹੈ ਗੁਰਬਾਣੀ ਦਾ। ਦੂਸਰੇ ਪਾਸੇ ਵਿਆਕਰਨਕ ਪੱਖ ਦੇ ਨਾਲ ਨਾਲ ਭਾਸ਼ਾ ਦੀ ਸ਼ੁੱਧਤਾ ਦਾ ਫਰਕ ਹੈ। ਇਹ ਜਿਹੜਾ ਸ਼ਬਦ ਹੈ ਬੜਾ ਕਠਿਨ ਹੈ, ਭਾਸ਼ਾ ਬੜੀ ਕਠਿਨ ਇਹਦੇ ਵਿੱਚ। ਇੱਕ ਸ਼ਬਦ ਹੈ ਇਹ, ਇੱਕ ਸ਼ਬਦ ਹੈ ਇਹ, ਇਹਦੇ ਵਿੱਚ ਸ਼ਬਦ ਜਿਹੜਾ ਨਾ ਦੂਸਰਾ ਸ਼ਬਦ ਵਰਤਿਆ ਗਿਆ ਇਹ ਨਹੀਂ ਹੈ। ਇਹਦੇ ਵਿੱਚ ਬਾਰ-ਬਾਰ ਸ਼ਬਦ ਆਉਂਦਾ ਹੈ ਕੀਜੈ, ਰੀਜੈ, ਜੀਜੈ, ਦੀਜੈ। ਹਾਂਜੀ, ਜਦੋਂ ਦੀਜੇ ਸ਼ਬਦ ਦਾ ਉਚਾਰਨ ਸੀ ਨਾ, ਦੀਜੈ ਸੀ, ਤੁਸੀਂ ਉਸ ਵੇਲੇ ਦੀਜੇ ਆ ਗਏ। ਦੀਜੈ, ਹਾਂ ਦੀਜੈ, ਠੀਕ ਹੈ। ਕਿਉਂਕਿ ਇਹਨਾਂ ਵਿੱਚ ਨਾ ਜਿਹੜਾ ਦਲਾਵਾ ਲੱਗਦਾ ਹੈ, ਕਿਉਂਕਿ ਬੜਾ ਕਠਿਨ ਸ਼ਬਦ ਹੈ ਗੁਰਬਾਣੀ ਦਾ। ਕਿਉਂਕਿ ਮੈਂ ਦੱਸਿਆ ਨਾ, ਗੁਰਬਾਣੀ ਜਿਹੜੀ ਹੈ ਨਾ, ਇਹ ਹਿੰਦੁਸਤਾਨ ਦੇ ਵੱਖ-ਵੱਖ ਹਿੱਸਿਆਂ ਵਿੱਚੋਂ ਭਗਤ ਸਾਹਿਬਾਨ ਨੇ, ਗੁਰੂ ਸਾਹਿਬਾਨ ਨੇ ਜਦੋਂ ਲੈ ਕੇ ਆਏ ਨੇ ਨਾ, ਤੇ ਇਹਨਾਂ ਦਾ ਜਿਹੜਾ ਇਹ ਪੱਖ ਹੈ ਨਾ, ਵਿਆਕਰਨਕ ਪੱਖ ਵੀ ਬੜਾ ਖਾਸ ਹੈ, ਔਰ ਉਹਦਾ ਖਿਆਲ ਰੱਖਣਾ ਹੈ ਆਉਣ ਵਾਲੇ ਸਮੇਂ 'ਚ। ਬਾਕੀ ਬਹੁਤ ਖੂਬ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਵਾਰ ਫਿਰ ਤੋਂ ਅਸੀਂ ਆਨੰਦ ਮਾਣਿਆ ਪੰਜਵੀਂ ਪਾਤਸ਼ਾਹੀ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਬਾਣੀ ਦਾ। ਇਸ ਤੋਂ ਬਾਅਦ ਸਾਡੇ ਨੈਕਸਟ ਕੰਟੈਸਟੈਂਟ ਕਿਹੜੇ ਸ਼ਬਦ ਦਾ ਗਾਇਨ ਕਰਨਗੇ, ਬ੍ਰੇਕ ਤੋਂ ਬਾਅਦ ਪਤਾ ਚੱਲੇਗਾ। ਲੈਂਦੇ ਹਾਂ ਨਿੱਕਾ ਜਿਹਾ ਬ੍ਰੇਕ। ਬ੍ਰੇਕ ਤੋਂ ਬਾਅਦ ਅਸੀਂ ਫਿਰ ਹਾਜ਼ਰ ਹਾਂ ਆਪ ਸਭ ਜੀ ਦੇ ਸਾਹਮਣੇ। ਆਪ ਸਭ ਜੀ ਦਾ ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਪਲੋ ਪਲੋ ਰੇ ਕੀਰਤਨੀਆਂ ਦੇ ਸੈਮੀਫਾਈਨਲ ਐਪੀਸੋਡਸ ਦੇ ਵਿੱਚ। ਅੱਜ ਮੁਕਾਬਲਾ ਹੁੰਦਾ ਪਿਆ ਸਾਡੀ ਭੈਣਾਂ ਵਿਚਕਾਰ। ਅੱਜ ਸਾਡੇ ਕੋਲ 6 ਕੰਟੈਸਟੈਂਟ ਸੀਗੀਆਂ, ਜਿਨ੍ਹਾਂ ਵਿੱਚੋਂ 4 ਨੇ ਇੱਥੇ ਆ ਕੇ ਇੱਕ ਇੱਕ ਕਰਕੇ ਸ਼ਬਦ ਗਾਇਨ ਕੀਤਾ ਹੈ।
ਹੁਣ ਅੱਜ ਦੀਆਂ 2 ਆਖਰੀ ਪੇਸ਼ਕਾਰੀਆਂ ਬਾਕੀ ਨੇ ਤੇ ਉਸ ਦੇ ਲਈ ਮੈਂ ਸਭ ਤੋਂ ਪਹਿਲਾਂ ਸੱਦਾ ਦੇਣਾ ਚਾਹਾਂਗੀ ਸਾਡੀ ਇੱਕ ਹੋਰ ਬੜੀ ਪਿਆਰੀ ਜੀ ਭੈਣ ਪੁਨੀਤ ਕੌਰ ਜੀ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੁਨੀਤ ਕੌਰ ਜੀ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ। ਥੈਂਕ ਯੂ। ਕਿਹੜੇ ਸ਼ਬਦ ਦਾ ਗਾਇਨ ਕਰਨ ਲੱਗੇ ਹੋ ਤੁਸੀਂ? ਮੈਂ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸ਼ਬਦ ਦੀਦਨੇ ਦੀਦਾਰ ਸਾਹਿਬ ਕੱਚ ਨਹੀਂ ਇਸਕਾ ਮੂਲ ਤਿਆਰ ਕਰਕੇ ਆਈ ਹਾਂ। ਬਹੁਤ ਖੂਬ ਜੀ, ਬੇਹਦ ਉਮਦਾ। ਆਲ ਦ ਬੈਸਟ ਟੂ ਯੂ। ਥੈਂਕ ਯੂ। तेरे कवन कवन गुण कह गावा तू साहिब गुणी निदाना तुमरी बरन ना सको तू ठाकुर ऊंच भगवाना तू ठाकुर ऊंच भगवाना दीद ने दीदार साहिब कछ नहीं इसका मोल कछ नहीं इसका मोल दीद ने दीदार साहिब कछ नहीं इसका मोल कछ नहीं इसका कछ नहीं इसका मोल कछ नहीं इसका मोल कछ नहीं इसका मोल कछ नहीं इसका मोल दीद ने दीदार साहिब कछ नहीं इसका मोल कछ नहीं इसका मोल दीद ने दीदार साहिब कछ नहीं इसका मोल कछ नहीं इसका मोल पाक पर्वत गार तू पाक पर्वत गार तू खुद खस्म वडा तोल खुद खस्म वडा तोल पाक पर्वत गार तू खुद खस्म वडा तोल खुद खस्म वडा तोल कछ नहीं इसका मोल कछ नहीं इसका मोल कछ नहीं इसका मोल कछ नहीं इसका मोल दीद ने दीदार साहिब कछ नहीं इसका मोल कछ नहीं इसका मोल। ਪੁਨੀਤ ਕੌਰ ਜੀ, ਕਿੱਡੇ ਪਿਆਰੇ ਬਚਨ ਤੁਸਾਂ ਸਤਿਗੁਰਾਂ ਦੇ ਸੁਣਾਏ। ਇਹਨਾਂ ਨੇਤਰਾਂ ਨਾਲ ਤੇਰੇ ਦੀਦਾਰ ਹੋ ਜਾਣ ਕੋਈ ਮੁੱਲ ਉਤਾਰ ਸਕਦਾ ਹੈ? ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਦਿਆ ਹੈ ਮੋਲ। ਕਿਵੇਂ ਸੁਮੇਲ ਹੁੰਦਾ ਹੈ? ਬਸ ਆ ਕੀਰਤਨ ਹੀ, ਜਦੋਂ ਸੰਗੀਤ ਇਹ ਸ਼ਬਦ ਗੁਰੂ ਦਾ ਮਿਲਦਾ ਹੈ ਤੇ ਫਿਰ ਮੁਲਾਪ ਹੋ ਜਾਂਦਾ ਹੈ। ਇਹੋ ਹੀ ਤੁਹਾਡੇ ਲਈ ਮੇਰਾ ਸਵਾਲ ਹੈ ਵੀ
ਦੋ ਪੰਕਤੀਆਂ ਕੋਈ ਉਹ ਦੱਸੋ ਵੀ ਜਿਹੜੀਆਂ ਕੀਰਤਨ ਦੀ ਮਹਾਨਤਾ ਨੂੰ ਦਰਸਾਉਂਦੀਆਂ ਹੋਣ। ਕੀਰਤਨ ਦੀ ਮਹਾਨਤਾ ਨੂੰ ਦਰਸਾਉਣ ਵਾਲੇ ਆਪਣੀ ਗੁਰਬਾਣੀ 'ਚ ਬਹੁਤ ਸਾਰੇ ਸ਼ਬਦ ਹਨ, ਜਿਵੇਂ ਕਲਯੁਗ ਮੈਂ ਕੀਰਤਨ ਪ੍ਰਧਾਨਾ, ਕੀਰਤਨ ਨਿਰਮੋਲਕ ਹੀਰਾ, ਅਤੇ ਆਪਣੇ ਪ੍ਰੋਗਰਾਮ ਦਾ ਵੀ ਟਾਈਟਲ ਪਲੋ ਪਲੋ ਰੇ ਕੀਰਤਨੀਆਂ ਇਸ ਮਹਾਨਤਾ, ਕੀਰਤਨ ਦੀ ਮਹਾਨਤਾ ਨੂੰ ਬਖੂਬੀ ਦਰਸਾਉਂਦਾ ਹੈ। ਗੁਰੂ ਨਾਨਕ ਦੇ ਘਰ ਵਿੱਚ ਕੀਰਤਨ ਨੂੰ ਪ੍ਰਧਾਨਤਾ ਦਿੱਤੀ ਹੈ। ਕੀਰਤਨ ਗੁਰਮਤਿ ਸੰਗੀਤ ਵਿੱਚ ਸਭ ਤੋਂ ਉੱਤਮ ਭਗਤੀ ਹੈ। ਪ੍ਰਿੰਸੀਪਲ ਸਾਹਿਬ ਜੀ, ਤੁਸੀਂ ਸੁਰ ਤਾਲ ਬਾਰੇ ਕੀ ਆਖੋਗੇ? ਹਾਂਜੀ ਬੀਬੀ ਪੁਨੀਤ ਕੌਰ ਜੀ, ਇਹ ਬੜਾ ਵੱਡਾ ਉਦਮ ਹੈ MH1 ਸ਼ਰਦਾ ਚੈਨਲ ਦਾ, ਜਿਨ੍ਹਾਂ ਨੇ ਤੁਹਾਨੂੰ ਸਾਰਿਆਂ ਨੂੰ, ਜਿਹੜੇ ਸੁਰੀਲੇ ਕੀਰਤਨੀਏ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰ ਵਿੱਚ ਗਾਉਣ ਵਾਲੇ, ਉਹਨਾਂ ਨੂੰ ਇਸ ਮੁਕਾਮ 'ਤੇ ਲਿਆਂਦਾ, ਸਟੇਜ 'ਤੇ ਲਿਆਂਦਾ। ਸੰਗਤਾਂ ਸਾਹਮਣੇ ਤੁਸੀਂ ਆ ਰਹੇ ਹੋ, ਸਤਿਗੁਰਾਂ ਦੀ ਕਿਰਪਾ ਹੈ। ਥੋੜ੍ਹਾ ਜਿਹਾ ਹੋਰ ਸਾਧਨਾ, ਸਵਰ ਸਾਧਨਾ, ਜਦੋਂ ਤੁਸੀਂ ਤਾਰ 'ਤੇ ਜਾਂਦੇ ਹੋ ਉਦੋਂ ਥੋੜ੍ਹਾ ਜਿਹਾ ਸਵਰ 'ਤੇ ਠਹਿਰਾਓ, ਉਹਦੇ ਵੱਲ ਧਿਆਨ ਦਿਓ। ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਹੈ। ਜੌਲ ਸਾਹਿਬ ਜੀ, ਪਿਛਲੇ ਦਿਨਾਂ ਨਾਲੋਂ ਤੁਸੀਂ ਬਹੁਤ ਤਰੱਕੀ ਕੀਤੀ ਹੈ, ਬਹੁਤ ਖੂਬ ਸੀ। ਗੁਰੂ ਕਿਰਪਾ ਕਰਨਗੇ, ਤੁਸੀਂ ਇਸ ਮੁਕਾਬਲੇ ਵਿੱਚ ਅਗਾਂਹ ਵਧੋਗੇ। ਧੰਨਵਾਦ ਸਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਹੋਰ ਬਿਹਤਰੀਨ ਪਰਫਾਰਮੈਂਸ। ਤੇ ਦਰਸ਼ਕੋ, ਅੱਜ ਦਾ ਇਹ ਐਪੀਸੋਡ ਆਪਣੇ ਅੰਜਾਮ ਦੀ ਤਰਫ ਵੱਧਦਾ ਪਿਆ ਤੇ ਅੱਜ ਦੇ ਇਸ ਐਪੀਸੋਡ ਨੂੰ ਅੰਜਾਮ ਦੇਣ ਦੇ ਲਈ ਇੱਕ ਵਾਰ ਫਿਰ ਇੱਥੇ ਆ ਰਹੇ ਹਮੇਸ਼ਾ ਦੀ ਤਰ੍ਹਾਂ ਪਰਮਪ੍ਰੀਤ ਕੌਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮਪ੍ਰੀਤ ਕੌਰ ਜੀ, ਨਿੱਘਾ ਸਵਾਗਤ ਹੈ, ਜੀ ਆਇਆਂ ਨੂੰ। ਧੰਨਵਾਦ। ਅੱਜ ਕੀ ਲੈ ਕੇ ਆਏ ਹੋ ਸਾਡੇ ਲਈ? ਕਿਹੜੇ ਸ਼ਬਦ ਦੀ ਤਿਆਰੀ ਕੀਤੀ ਹੈ? ਅੱਜ ਮੈਂ ਇੱਕ ਪੁਰਾਤਨ ਰੀਤ ਗਾਵਾਂਗੀ ਰਾਗ ਬਿਹਾਗੜਾ ਵਿੱਚ। ਰਾਗ ਬਿਹਾਗੜਾ ਵਿੱਚ? ਹਾਂਜੀ। ਰੀਤ ਕਿਹੜੀ ਹੈ? ਵੱਧ ਸੁਖ ਰਹਿ ਨੜੀਏ, ਪ੍ਰਿਯ ਪ੍ਰੇਮ ਲਗਾ। ਰਾਗ ਬਿਹਾਗੜਾ ਵਿੱਚ ਅੱਗੇ ਕਦੀ ਸੋਢੀ ਸਾਹਿਬ, ਮੇਰੇ ਖਿਆਲ ਨਾਲ ਅਸੀਂ ਪਹਿਲੀ ਵਾਰੀ ਅਸੀਂ ਆਨੰਦ ਮਾਣਾਂਗੇ ਰਾਗ ਬਿਹਾਗੜਾ ਦਾ, ਹੈ ਨਾ? ਪਹਿਲੀ ਵਾਰੀ ਕੋਸ਼ਿਸ਼ ਹੋ ਰਹੀ ਹੈ। ਆਲ ਦ ਬੈਸਟ ਟੂ ਯੂ ਜੀ। ਥੈਂਕ ਯੂ। वत सुख रैनाड़ी वत सुख रैनाड़ी वत सुख रैनाड़ी प्रेम लगा
ਵਤ ਸੁਖ ਰੈਣੜੀਏ ਵਤ ਸੁਖ ਰੈਣੜੀਏ ਪ੍ਰੇਮ ਲਗਾ प्रेम लगा कट दुख नीदड़िए परसो सदा पगा परसो सदा पगा परसो सदा पगा वद सुख रैनड़िए वद सुख रैनड़िए ਪਰਮਪ੍ਰੀਤ ਕੌਰ ਜੀ ਬਿਹਾਗੜਾ ਰਾਗ ਵਿੱਚ ਤੁਸੀਂ ਸਤਿਗੁਰਾਂ ਦੇ ਸ਼ਬਦ ਨੂੰ ਬਹੁਤ ਅੱਛੇ ਤਰੀਕੇ ਨਾਲ ਗਾਇਆ। ਅਲਾਪ ਬਹੁਤ ਪਿਆਰਾ ਸੀ। ਗ੍ਰਾਮ ਵਿੱਚ ਥੋੜੀ ਜਿਹੀ ਸੁਰ ਫਿੱਕੀ ਲੱਗੀ, ਪਰ ਤੁਸੀਂ ਅੱਛਾ ਇੰਨਾ ਗਾਇਆ, ਸ਼ਾਇਦ ਉਹ ਨਜ਼ਰਅੰਦਾਜ਼ ਹੈ। ਬਹੁਤ ਪਿਆਰ ਨਾਲ ਸਤਿਗੁਰਾਂ ਦਾ ਸ਼ਬਦ ਤੁਸੀਂ ਸ਼ਰਧਾ ਨਾਲ ਗਾਵਿਆ। ਬਹੁਤ ਸਾਰੀਆਂ ਟਕਸਾਲਾਂ ਵਿਦਿਆਲੇ ਨੇ ਜਿਹੜੀ ਇਹ ਕੀਰਤਨ ਦੀ ਪਰੰਪਰਾ ਨੂੰ ਸਾਂਭ ਕੇ ਬੈਠੀਆਂ ਨੇ, ਅੱਗੇ ਤੋਰ ਰਹੀਆਂ ਨੇ, ਤੇ ਤੁਸੀਂ ਕੁਝ ਗਿਣਤੀ ਦੱਸ ਸਕਦੇ ਹੋ? ਹਾਂਜੀ, ਵੈਸੇ ਤੇ 12 ਟਕਸਾਲਾਂ ਮੁੱਖ ਹੈਗੀਆਂ ਨੇ, ਪਰ ਸਮੇਂ ਦੇ ਨਾਲ ਨਾਲ ਬਾਕੀ ਹੋਰ ਟਕਸਾਲਾਂ ਵੀ ਹੋਂਦ ਵਿੱਚ ਆ ਰਹੀਆਂ ਨੇ, ਜਿਵੇਂ ਕਿ ਜਵੱਦੀ ਟਕਸਾਲ, ਦਮਦਮੀ ਟਕਸਾਲ, ਮਸਤੂਆਣਾ ਟਕਸਾਲ, ਹਰਗਨਾ ਟਕਸਾਲ ਤੇ ਸਿੰਘ ਵਾਲਾ ਟਕਸਾਲ। ਸੋਹਣਾ ਤੁਹਾਡਾ ਸਵਾਲ ਜਵਾਬ ਹੈ। ਪ੍ਰਿੰਸੀਪਲ ਸਾਹਿਬ ਜੀ, ਤੁਸੀਂ ਸੁਰ ਤਾਲ ਬਾਰੇ ਕੀ ਆਖੋਗੇ? ਹਾਂਜੀ ਪਰਮਪ੍ਰੀਤ ਕੌਰ ਜੀ, ਸਭ ਤੋਂ ਅੱਛਾ ਪੱਖ ਜੋ ਇਹ ਸੀ ਕਿ ਤੁਹਾਡਾ ਜੋ ਸ਼ੁਰੂਆਤ ਦਾ ਅਲਾਪ ਸੀ ਉਹਦੇ ਵਿੱਚ ਬੜਾ ਠਹਿਰਾਵ ਸੀ। ਜਿਸ ਤਰ੍ਹਾਂ ਮੈਂ ਚਾਹ ਰਿਹਾ ਇੱਕ ਸਵਰ ਉਹਦੇ ਵਿੱਚ ਤੁਸੀਂ ਗੰਧਾਰ ਤੋਂ ਛੜਜ ਵੱਲ ਆਏ, ਗਾ ਤੋਂ ਸਾ ਵੱਲ, ਹਾਂਜੀ, ਉਹਦੇ ਵਿੱਚ ਤੁਸੀਂ ਬਹੁਤ ਜਲਦੀ ਕਰ ਦਿੱਤੀ, ਕਿਉਂਕਿ ਇੱਕ ਠਹਿਰਾਵ ਨਾਲ ਚੀਜ਼ ਆ ਰਹੀ ਹੈ। ਤੁਸੀਂ ਅਲਾਪ ਅਜੇ ਕੰਪਲੀਟ ਨਹੀਂ ਹੋਇਆ, ਕਿਉਂਕਿ ਉਹਦੇ ਵਿੱਚ ਤਾਲ ਦਾ ਜੇ ਜ਼ਿਕਰ, ਤਾਲ ਤੇ ਸ਼ੁਰੂ ਨਹੀਂ ਹੋਈ ਹੈ ਨਾ, ਉਹਨੂੰ ਤੁਸੀਂ ਹੋਰ ਠਹਿਰਾਵ ਵਿੱਚ ਲੈ ਕੇ ਆਓ। ਬਾਕੀ ਸਮੁੱਚਾ ਗਾਇਨ ਬਹੁਤ ਪ੍ਰਭਾਵਸ਼ਾਲੀ ਸੀ। ਟਕਸਾਲਾਂ ਗੁਰਮਤ ਸੰਗੀਤ ਦੀਆਂ ਬਹੁਤ ਨੇ, ਗੁਰਮਤ ਸੰਗੀਤ ਦਾ ਹੁਣ ਬਹੁਤ ਪ੍ਰਚਾਰ ਪ੍ਰਸਾਰ ਹੋ ਰਿਹਾ ਹੈ। ਜਿਸ ਤਰ੍ਹਾਂ ਆਪ ਜੀ ਨੇ ਜ਼ਿਕਰ ਕੀਤਾ ਜਵੱਦੀ ਟਕਸਾਲ ਦਾ ਵੀ ਇੱਕ ਮਹਾਨ ਟਕਸਾਲ ਹੈ ਜਿਨ੍ਹਾਂ ਦੀ ਪੰਥ ਨੂੰ ਦੇਣ ਆਪ ਜੀ ਸਾਰੇ ਜਾਣਦੇ। ਇਸੇ ਤਰ੍ਹਾਂ ਹੋਰ ਟਕਸਾਲਾਂ ਵੀ ਤੰਤੀ ਸਾਜ਼ ਗੁਰਮਤ ਸੰਗੀਤ ਨੂੰ ਲੈ ਕੇ ਅੱਗੇ ਵਧ ਰਹੀਆਂ ਨੇ। ਵੱਧ ਤੋਂ ਵੱਧ ਬੱਚਿਆਂ ਨੂੰ ਧਰਮ ਨਾਲ, ਗੁਰਮਤ ਸੰਗੀਤ ਨਾਲ ਜੋੜ ਕੇ ਤੇ ਸੱਚੇ ਪਰਮੇਸ਼ਰ ਨਾਲ ਮਿਲਾਪ ਦਾ ਇਹ ਉੱਤਮ ਸਾਧਨ ਬਣ ਰਹੀਆਂ ਨੇ। ਸੋ ਆਓ ਬੜੇ ਪਿਆਰ ਨਾਲ, ਬਹੁਤ ਅੱਛਾ ਲੱਗਾ। ਜੋਹਲ ਸਾਹਿਬ ਜੀ। ਬੀਬਾ ਪਰਮਪ੍ਰੀਤ ਕੌਰ ਜੀ, ਤੁਸਾਂ ਨੇ ਬੜਾ ਵਧੀਆ ਯਤਨ ਸੀ ਤੁਹਾਡਾ, ਪਰ ਜਿਸ ਸ਼ਬਦ ਦੀ ਤੁਸਾਂ ਨੇ ਚੋਣ ਕੀਤੀ ਨਾ, ਤੁਸੀਂ ਬੜੀ ਆਤਮ ਵਿਸ਼ਵਾਸ ਦੇ ਨਾਲ, ਬੜੀ ਦ੍ਰਿੜਤਾ ਦੇ ਨਾਲ ਕੀਰਤਨ ਕੀਤਾ ਹੈ, ਪਰ ਕਠਨ ਸ਼ਬਦ ਚੁਣ ਲਿਆ। ਬੜਾ ਕਠਨ ਹੈ, ਇਸ ਦੀ ਭਾਸ਼ਾ ਬੜੀ ਕਠਨ ਹੈ। ਔਰ ਕਿੱਥੇ ਠਹਿਰਾਓ ਦੇਣਾ, ਵਿਆਕਰਣਕ ਪੱਖ ਤੋਂ, ਭਾਸ਼ਾ ਦੇ ਪੱਖ ਤੋਂ, ਉਹ ਬੜੀ ਕਠਨ ਗੱਲ ਸੀ। ਔਰ ਜਿਹੜੀ ਦੂਸਰੀ ਪੰਕਤੀ ਹੈ ਨਾ, ਪਗ ਧੂਰ ਬਾਂਸ਼ੋ ਸਦਾ ਜਾਚੋ, ਇਹਨਾਂ ਦੇ ਅਲੱਗ-ਅਲੱਗ ਹਿੱਸੇ ਨੇ, ਉਹਨਾਂ ਹਿੱਸਿਆਂ ਨੂੰ ਵੱਖ-ਵੱਖ ਬੋਲਣਾ ਹੈ, ਕਿਉਂਕਿ ਫਿਰ ਉਸ ਦਾ ਅਰਥ ਸਪਸ਼ਟ ਹੋਏਗਾ। ਔਰ ਤੁਸੀਂ ਪਰਸੋ ਦੀ ਜਗ੍ਹਾ 'ਤੇ ਪਰਸੋ ਸ਼ਬਦ ਦਾ ਉਚਾਰਨ ਕਰ ਗਏ ਹੋ, ਹੋੜਾ ਲਾ ਦਿੱਤਾ, ਊੜੇ ਨੂੰ ਔਂਕੜ ਨਹੀਂ ਲਗਾ ਸਕੇ। ਯਤਨ ਕਰਨਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਗੁਰਬਾਣੀ ਦੀ ਸ਼ੁੱਧਤਾ ਅਤੇ ਵਿਆਕਰਣਕ ਪੱਖ ਨੂੰ ਵੀ ਕਿੱਥੇ ਠਹਿਰਾਓ ਦੇਣਾ, ਖਿਆਲ ਰੱਖਣਾ ਹੈ। ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਬਿਹਾਗੜਾ ਦੇ ਵਿੱਚ ਰੀਤ ਗਾਇਨ ਕੀਤੀ ਸਾਡੀ ਅੱਜ ਦੀ ਆਖਰੀ ਕੰਟੈਸਟੈਂਟ ਪਰਮਪ੍ਰੀਤ ਕੌਰ ਜੀ ਨੇ। ਐਸਾ ਰਾਗ ਜਿਸ ਦਾ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਪਹਿਲੀ ਵਾਰ ਆਨੰਦ ਮਾਣਿਆ। ਉਮੀਦ ਕਰ ਰਹੇ ਹਾਂ ਤੁਹਾਨੂੰ ਸਾਡਾ ਇਹ ਪ੍ਰੋਗਰਾਮ, ਸਾਡੀ ਇਹ ਕੋਸ਼ਿਸ਼ ਜ਼ਰੂਰ ਪਸੰਦ ਆ ਰਹੀ ਹੋਏਗੀ। ਤੁਹਾਡਾ ਢੇਰ ਸਾਰਾ ਪਿਆਰ ਤੇ ਸਾਨੂੰ ਮਿਲਦਾ ਹੀ ਪਿਆ। ਅਗਲਾ ਐਪੀਸੋਡ ਹੋਏਗਾ ਸਿੰਘ ਵੀਰਾਂ ਵਿਚਕਾਰ। ਜੀ ਹਾਂ, ਇੱਕ ਹੋਰ ਸੈਮੀਫਾਈਨਲ ਮੁਕਾਬਲਾ ਸਾਡੇ ਸਿੰਘਾਂ ਵਿਚਕਾਰ ਹੋਏਗਾ ਤੇ ਉਸ ਤੋਂ ਬਾਅਦ ਅਸੀਂ ਤੁਹਾਡੇ ਸਾਹਮਣੇ ਹਮੇਸ਼ਾ ਦੀ ਤਰ੍ਹਾਂ ਰਿਜ਼ਲਟ ਐਪੀਸੋਡ ਲੈ ਕੇ ਹਾਜ਼ਰ ਹੋਵਾਂਗੇ।
ਤੇ ਇਹਦੇ ਨਾਲ ਹੀ ਮੈਂ ਆਪ ਸਭ ਜੀ ਕੋਲੋਂ ਇਜਾਜ਼ਤ ਮੰਗਦੀ ਹਾਂ। ਮੁਲਾਕਾਤ ਕਰਾਂਗੀ ਅਗਲੇ ਐਪੀਸੋਡ ਦੇ ਵਿੱਚ, ਜਿਹਦੇ ਵਿੱਚ ਮੁਕਾਬਲਾ ਹੋਏਗਾ ਸਿੰਘ ਵੀਰਾਂ ਵਿਚਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।